ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਤਾਜ ਮਹਿਲ ਕਿੰਨਾ ਸੋਹਣਾ ਹੈ। ਦੁਨੀਆ ਦੇ 7 ਅਜੂਬਿਆਂ ਵਿੱਚ ਸ਼ਾਮਿਲ ਹੋਣ ਵਾਲੀ ਇਹ ਖੂਬਸੂਰਤ ਸੰਗਮਰਮਰ ਦੀ ਇਮਾਰਤ ਦੀ ਤਾਂ ਪੂਰੀ ਦੁਨੀਆ ਹੀ ਤਾਰੀਫ ਕਰਦੀ ਹੈ। ਇਸ ਦੀ ਤਾਰੀਫ ਕਰਨ ਲਈ ਸ਼ਬਦ ਵੀ ਘੱਟ ਪੈ ਜਾਂਦੇ ਹਨ। ਤਾਜ ਮਹਿਲ ਦੀ ਖੂਬਸੂਰਤੀ ਦਾ ਇੱਕ ਕਾਰਨ ਇਸ ਨੂੰ ਬਣਾਉਣ ਵਿੱਚ ਲੱਗਿਆ ਸਮਾਂ ਵੀ ਹੈ। ਤਾਜ ਮਹਿਲ 1632 ਵਿੱਚ ਸ਼ੁਰੂ ਹੋਇਆ ਸੀ ਅਤੇ 1653 ਵਿੱਚ ਬਣ ਕੇ ਤਿਆਰ ਹੋਇਆ ਸੀ। 20-21 ਸਾਲ ਦੇ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸੇ ਇਮਾਰਤ ਦਾ ਲਾਜਵਾਬ ਹੋਣਾ ਵੀ ਬਣਦਾ ਹੈ। ਤਾਜ ਮਹਿਲ ਬਾਰੇ ਇਹ ਗੱਲ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਇਸ ਦਾ ਸਾਡੇ ਕਿਤਾਬ ਦੀ ਸੰਖੇਪ ਵਿਆਖਿਆ ਨਾਲ ਸਿੱਧਾ ਸੰਬੰਧ ਹੈ। ਤੁਸੀਂ ਮੰਨਦੇ ਹੋ ਕਿ 20-21 ਸਾਲਾਂ ਦੇ ਸਮੇਂ ਵਿੱਚ ਬਣੀ ਇਮਾਰਤ ਇੰਨੀ ਖੂਬਸੂਰਤ ਹੋ ਸਕਦੀ ਹੈ? ਫਿਰ ਤੁਸੀਂ ਮੈਨੂੰ ਇਹ ਦੱਸੋ ਕਿ ਕਿਸੇ ਲੇਖਕ ਦੁਆਰਾ 20-25 ਸਾਲ ਮਿਹਨਤ ਕਰਕੇ ਇੱਕ ਲਿਖੀ ਹੋਈ ਕਿਤਾਬ ਕਿੰਨੀ ਖੂਬਸੂਰਤ ਹੋਵੇਗੀ। ਇਸ ਕਿਤਾਬ ਦਾ ਨਾਮ ਹੈ ਥਿੰਕ ਐਂਡ ਗਰੋ ਰਿਚ, ਜੋ ਕਿ ਨੈਪੋਲੀਅਨ ਹਿਲ ਦੁਆਰਾ ਲਗਭਗ 20-25 ਸਾਲ ਦੀ ਮਿਹਨਤ ਤੋਂ ਬਾਅਦ ਲਿਖੀ ਗਈ ਸੀ। ਇਸ ਕਿਤਾਬ ਦੀ ਖੂਬਸੂਰਤੀ ਅਤੇ ਗਿਆਨ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ ਇਸ ਕਿਤਾਬ ਦੀਆਂ ਦੁਨੀਆ ਵਿੱਚ ਲਗਭਗ 10 ਤੋਂ 11 ਕਰੋੜ ਕਾਪੀਆਂ ਵਿਕ ਚੁੱਕੀਆਂ ਹਨ। 10-11 ਕਰੋੜ ਕਾਪੀਆਂ ਵਿਕਣ ਦਾ ਮਤਲਬ 10 ਤੋਂ 11 ਕਰੋੜ ਲੋਕਾਂ ਨੇ ਇਸ ਨੂੰ ਖਰੀਦ ਕੇ ਇਸ ਦੇ ਵਿੱਚ ਦਿੱਤੇ ਮਹੱਤਵਪੂਰਨ ਸਿਧਾਂਤਾਂ ਨਾਲ ਆਪਣੇ ਜੀਵਨ ਨੂੰ ਵਧੀਆ ਅਤੇ ਸਫਲ ਬਣਾਇਆ ਹੈ। ਹੋਇਆ ਕੁਝ ਇਸ ਤਰ੍ਹਾਂ ਸੀ ਕਿ ਨੈਪੋਲੀਅਨ ਹਿਲ, ਜਿਨ੍ਹਾਂ ਦਾ ਕਿੱਤਾ ਪੱਤਰਕਾਰੀ ਅਤੇ ਲੇਖਣ ਦਾ ਸੀ, ਇੱਕ ਵਾਰ ਉਸ ਸਮੇਂ ਦੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦਾ ਇੰਟਰਵਿਊ ਲੈ ਰਹੇ ਸਨ, ਜਿਨ੍ਹਾਂ ਦਾ ਨਾਂ ਸੀ ਐਂਡਰਿਊ ਕਾਰਨੇਗੀ। ਚਲਦੇ ਇੰਟਰਵਿਊ ਵਿੱਚ ਅਚਾਨਕ ਕਾਰਨੇਗੀ ਨੇ ਇੱਕ ਅਜਿਹੀ ਗੱਲ ਕੀਤੀ ਜਿਸ ਨਾਲ ਨੈਪੋਲੀਅਨ ਅਤੇ ਸਭ ਲੋਕ ਜੋ ਵੀ ਉੱਥੇ ਮੌਜੂਦ ਸਨ ਹੈਰਾਨ ਰਹਿ ਗਏ। ਕਾਰਨੇਗੀ ਨੇ ਜੋ ਗੱਲ ਕਹੀ ਉਹ ਇੱਕ ਭਵਿੱਖਬਾਣੀ ਤੋਂ ਘੱਟ ਨਹੀਂ ਸੀ। ਕਾਰਨੇਗੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਦੁਨੀਆ ਦੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਦੀ ਜਗ੍ਹਾ ਅਸਫਲ ਹੋਣ ਜਾ ਰਹੇ ਹਨ, ਕਿਉਂਕਿ ਸਾਡੀ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਇਨਸਾਨ ਦੀ ਫਿਤਰਤ ਹੈ ਕਿ ਉਹ ਆਪਣੀਆਂ ਗਲਤੀਆਂ ਤੋਂ ਜ਼ਿਆਦਾ ਸਿੱਖਦਾ ਹੈ। ਸਫਲ ਹੋਣ ਦੇ ਰਸਤੇ ਤੇ ਤਾਂ ਤੁਸੀਂ ਗਲਤੀਆਂ ਦਾ ਹਿਸਾਬ ਹੀ ਨਹੀਂ ਲਗਾ ਸਕਦੇ, ਕਿਉਂਕਿ ਸਫਲ ਹੋਣ ਤੱਕ ਅਨੰਤ ਗਲਤੀਆਂ ਹੁੰਦੀਆਂ ਹਨ। ਹੁਣ ਜੇ ਹਰ ਵਿਅਕਤੀ ਹਰ ਇੱਕ ਗਲਤੀ ਆਪਣੀ ਜ਼ਿੰਦਗੀ ਵਿੱਚ ਕਰਕੇ ਇਸ ਤੋਂ ਸਿੱਖ ਕੇ ਫਿਰ ਸਫਲ ਹੋਣਾ ਚਾਹੇਗਾ ਤਾਂ ਇਹ ਬਿਲਕੁਲ ਨਹੀਂ ਹੋ ਸਕਦਾ, ਕਿਉਂਕਿ ਇੱਕ ਤਾਂ ਸਾਡੀ ਉਮਰ ਥੋੜੀ ਹੈ ਅਤੇ ਦੂਸਰਾ ਕਈ ਵਾਰ ਗਲਤੀਆਂ ਅਤੇ ਅਸਫਲਤਾਵਾਂ ਸਾਨੂੰ ਅੰਦਰੋਂ ਤੋੜ ਦਿੰਦੀਆਂ ਹਨ। ਫਿਰ ਕਾਰਨੇਗੀ ਨੇ ਕਿਹਾ, ਸਫਲਤਾ ਦੀ ਅਸਲੀਅਤ ਦੀ ਗੱਲ ਕਰੀਏ ਤਾਂ ਸਫਲ ਬਣਨ ਦਾ ਸਿਧਾਂਤ ਸਰਵਵਿਆਪੀ ਵਿਸ਼ਵ ਵਿਆਪੀ ਹੈ। ਮਤਲਬ ਹਰੇਕ ਵਿਅਕਤੀ ਲਈ ਸਫਲ ਹੋਣ ਦੀ ਪ੍ਰਕਿਰਿਆ ਇੱਕੋ ਜਿਹੀ ਅਤੇ ਬਰਾਬਰ ਹੈ। ਕਾਰਨੇਗੀ ਨੈਪੋਲੀਅਨ ਨੂੰ ਕਹਿੰਦਾ ਹੈ ਕਿ ਸਫਲਤਾ ਦੇ ਸਿਧਾਂਤ ਨੂੰ ਸਿੱਖਣ ਦੇ ਲਈ ਮੈਂ ਨਹੀਂ ਚਾਹੁੰਦਾ ਕਿ ਲੋਕ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਨੂੰ ਬਰਬਾਦ ਕਰਕੇ ਗਲਤੀਆਂ ਕਰਕੇ ਸਿੱਖਣ। ਉਹਨਾਂ ਲਈ ਬਿਹਤਰ ਹੋਵੇਗਾ ਜੇ ਸਾਡੇ ਤੋਂ ਸਾਡੀ ਜ਼ਿੰਦਗੀ ਤੋਂ ਸਿੱਖਣ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਕਿਤਾਬ ਤਿਆਰ ਕਰੋ ਜਿਸ ਵਿੱਚ ਦੁਨੀਆ ਦੇ ਸਭ ਤੋਂ ਸਫਲ, ਬੁੱਧੀਮਾਨ, ਗਿਆਨਵਾਨ ਸ਼ਖਸੀਅਤਾਂ ਦੇ ਜੀਵਨ ਦੇ ਤਜਰਬੇ ਅਤੇ ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਹੋਵੇ। ਕਾਰਨੇਗੀ ਨੇ ਨੈਪੋਲੀਅਨ ਨੂੰ ਇੱਕ ਪੇਸ਼ਕਸ਼ ਦਿੱਤੀ ਕਿ ਉਹ ਉਸ ਨੂੰ ਦੁਨੀਆ ਦੇ ਸਫਲ, ਬੁੱਧੀਮਾਨ, ਗਿਆਨਵਾਨ ਸ਼ਖਸੀਅਤਾਂ ਦੀ ਇੰਟਰਵਿਊ ਲੈਣ ਦਾ ਮੌਕਾ ਪ੍ਰਦਾਨ ਕਰੇਗਾ, ਪਰ ਨਾਲ ਹੀ ਉਹ ਸਿਰਫ ਉਸ ਨੂੰ ਉਹਨਾਂ ਲੋਕਾਂ ਤੱਕ ਪੁੱਜਣ ਲਈ ਕਿਰਾਇਆ ਹੀ ਦੇਵੇਗਾ। ਬਾਕੀ ਖਰਚ ਉਸ ਨੂੰ ਆਪ ਕਰਨਾ ਹੋਵੇਗਾ। ਨੈਪੋਲੀਅਨ ਹਿਲ ਨੇ ਕੁਝ ਸੈਕਿੰਡ ਸੋਚ ਕੇ ਹੀ ਕਾਰਨੇਗੀ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਨੈਪੋਲੀਅਨ ਨੇ ਲਗਭਗ 20-25 ਸਾਲਾਂ ਤੱਕ 500 ਸਭ ਤੋਂ ਅਮੀਰ ਵਿਅਕਤੀਆਂ ਦੀ ਇੰਟਰਵਿਊ ਲੈਣ ਤੋਂ ਬਾਅਦ ਆਪਣੀ ਖੋਜ ਤੋਂ ਇੱਕ ਅਜਿਹੀ ਹੈਰਾਨੀਜਨਕ ਕਿਤਾਬ ਲਿਖੀ ਕਿ ਉਹ ਇਸ ਖੇਤਰ ਵਿੱਚ ਮੀਲ ਦਾ ਪੱਥਰ ਸਾਬਿਤ ਹੋਈ। ਨੈਪੋਲੀਅਨ ਹਿਲ ਦੀ ਮੌਤ 1970 ਵਿੱਚ ਹੋਈ। ਉਹਨਾਂ ਦੀ ਮੌਤ ਤੱਕ ਇਸ ਕਿਤਾਬ ਥਿੰਕ ਐਂਡ ਗਰੋ ਰਿਚ ਦੀਆਂ 2 ਕਰੋੜ ਕਾਪੀਆਂ ਵਿਕ ਚੁੱਕੀਆਂ ਸਨ। ਜੇ ਇਸ ਕਿਤਾਬ ਵਿੱਚ ਮੌਜੂਦ ਸਮੱਗਰੀ ਦੀ ਗੱਲ ਕਰੀਏ ਤਾਂ ਇਸ ਕਿਤਾਬ ਦਾ ਇੱਕ-ਇੱਕ ਅੱਖਰ, ਇੱਕ-ਇੱਕ ਪੰਨਾ ਜ਼ਿੰਦਗੀ ਵਿੱਚ ਸਾਨੂੰ ਸਫਲਤਾ ਪ੍ਰਾਪਤ ਕਰਨ ਦੀ ਪ੍ਰੇਰਣਾ ਪ੍ਰਦਾਨ ਕਰਦਾ ਹੈ। ਸਾਡੀ ਵੀਡੀਓ ਕੁਝ ਮਿੰਟਾਂ ਦੀ ਹੀ ਹੁੰਦੀ ਹੈ, ਇਸ ਲਈ ਇਹ ਸਾਰੀ ਕਿਤਾਬ ਨੂੰ ਇੰਨੇ ਘੱਟ ਸਮੇਂ ਵਿੱਚ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਪਰ ਇਸ ਵਿੱਚ ਮੌਜੂਦ ਕੁਝ ਅਜਿਹੇ ਵਿਸ਼ਿਆਂ ਤੇ ਜ਼ਰੂਰ ਨਜ਼ਰ ਮਾਰ ਲਵਾਂਗੇ ਜੋ ਤੁਹਾਡੇ ਅੰਦਰ ਆਪਣੀ ਜ਼ਿੰਦਗੀ ਨੂੰ ਬਦਲਣ ਅਤੇ ਸਫਲ ਹੋਣ ਲਈ ਇੱਕ ਚਿੰਗਾਰੀ ਜ਼ਰੂਰ ਜਲਾ ਦੇਣਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਮਜ਼ਬੂਤ ਇੱਛਾ ਦੀ ਜੋ ਸਾਡੇ ਅੰਦਰ ਸਫਲਤਾ ਪ੍ਰਾਪਤ ਕਰਨ ਲਈ ਇੱਕ ਜੋਸ਼, ਇੱਕ ਚਿੰਗਾਰੀ, ਕਦੇ ਨਾ ਹਾਰਨ ਦੀ ਭਾਵਨਾ ਪੈਦਾ ਕਰ ਦੇਵੇ। ਇਸ ਨੂੰ ਅਸੀਂ ਬਰਨਿੰਗ ਵਿਲਿੰਗਨੈਸ ਔਰ ਸਟਰੋਂਗ ਡਿਜ਼ਾਇਰ ਵੀ ਕਹਿ ਸਕਦੇ ਹਾਂ। ਇਸ ਕਿਤਾਬ ਵਿੱਚ ਮਜ਼ਬੂਤ ਇੱਛਾ ਦੀਆਂ ਅਜਿਹੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ ਜੋ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਵਿੱਚ ਲਾਜਵਾਬ ਸਾਬਿਤ ਹੁੰਦੀਆਂ ਹਨ। ਮਜ਼ਬੂਤ ਇੱਛਾ ਦੀ ਸਭ ਤੋਂ ਵਧੀਆ ਉਦਾਹਰਨ ਜੋ ਮੈਨੂੰ ਲੱਗੀ ਸੀ ਉਹ ਸੀ ਹਰਨਨ ਕੋਰਟਿਸ ਦੁਆਰਾ ਆਪਣੇ ਸਾਥੀਆਂ ਨਾਲ ਲੜੇ ਗਏ ਇੱਕ ਯੁੱਧ ਦੀ। ਹਰਨਨ ਕੋਰਟਿਸ ਇੱਕ ਵਾਰ ਆਪਣੇ 500 ਸਿਪਾਹੀਆਂ ਨਾਲ ਸਮੁੰਦਰੀ ਜਹਾਜ਼ ਵਿੱਚ ਪਾਣੀ ਦੇ ਰਸਤੇ ਦੁਸ਼ਮਣ ਦੀ ਧਰਤੀ ਤੇ ਪੁੱਜੇ। ਉੱਥੇ ਪੁੱਜਣ ਤੇ ਹਰਨਨ ਕੋਰਟਿਸ ਨੂੰ ਦੁਸ਼ਮਣਾਂ ਦੀ ਸੰਖਿਆ ਬਾਰੇ ਪਹਿਲਾਂ ਜੋ ਪਤਾ ਸੀ, ਦੁਸ਼ਮਣਾਂ ਦੀ ਸੰਖਿਆ ਉਸ ਤੋਂ ਦੁੱਗਣੀ ਨਿਕਲੀ। ਇਹ ਜਾਣ ਕੇ ਉਹਨਾਂ ਦਾ ਹੌਸਲਾ
ਉਹਨਾਂ ਦੀ ਉਸ ਸਾਮਰਾਜ ਨੂੰ ਜਿੱਤਣ ਦੀ ਇੱਛਾ ਨਹੀਂ ਬਦਲੀ। ਹਰਨਨ ਨੇ ਆਪਣੇ ਸਮੁੰਦਰੀ ਜਹਾਜ਼ ਚਲਾਉਣ ਦੇ ਹੁਕਮ ਦੇ ਦਿੱਤੇ ਅਤੇ ਅੰਤਿਮ ਵਾਰ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਹੁਣ ਜਾਂ ਤਾਂ ਤੁਸੀਂ ਰਣਭੂਮੀ ਵਿੱਚ ਮਰੋਗੇ ਜਾਂ ਫਿਰ ਇਸ ਯੁੱਧ ਨੂੰ ਜਿੱਤ ਕੇ ਇਸ ਸਾਮਰਾਜ ਅਤੇ ਇਸ ਦੇ ਸਮੁੰਦਰੀ ਜਹਾਜ਼ਾਂ ਤੇ ਕਬਜ਼ਾ ਕਰਕੇ ਆਪਣੇ ਘਰ ਵਾਪਸ ਜਾ ਸਕੋਗੇ, ਆਪਣੇ ਪਿਆਰਿਆਂ ਨੂੰ ਮਿਲ ਸਕੋਗੇ, ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ ਲੈ ਸਕੋਗੇ। ਹਰਨਨ ਦੀਆਂ ਇਹਨਾਂ ਪ੍ਰੇਰਨਾਦਾਇਕ ਗੱਲਾਂ ਨੇ ਉਸ ਦੀ ਜਿੱਤ ਦੀ ਮਜ਼ਬੂਤ ਇੱਛਾ ਨੂੰ ਆਪਣੇ ਸਿਪਾਹੀਆਂ ਵਿੱਚ ਵੀ ਭਰ ਦਿੱਤਾ। ਫਿਰ ਉਸ ਯੁੱਧ ਦਾ ਤਾਂ ਇਤਿਹਾਸ ਹੀ ਗਵਾਹ ਹੈ ਕਿ ਕਿਸ ਤਰ੍ਹਾਂ ਉਸਨੇ 500 ਸਿਪਾਹੀਆਂ ਨਾਲ ਦੁਸ਼ਮਣ ਦੀ ਇੰਨੀ ਵੱਡੀ ਫੌਜ ਹੁੰਦੇ ਹੋਏ ਵੀ ਉਹਨਾਂ ਨੂੰ ਹਰਾ ਕੇ ਉਸ ਸਾਮਰਾਜ ਤੇ ਜਿੱਤ ਪ੍ਰਾਪਤ ਕੀਤੀ। ਜੇ ਤੁਸੀਂ ਇਸ ਕਿਤਾਬ ਦੇ ਨਾਲ ਜਰਾ ਆਪਣੇ ਇਤਿਹਾਸ ਤੇ ਵੀ ਨਜ਼ਰ ਮਾਰੋ ਤਾਂ ਸਾਡਾ ਇਤਿਹਾਸ ਤਾਂ ਸੂਰਮਿਆਂ ਬਹਾਦਰਾਂ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ। ਮੈਂ ਸਿਰਫ ਇੱਕ ਜੰਗ ਦਾ ਨਾਮ ਲਵਾਂਗਾ ਜੋ ਤੁਹਾਡੇ ਰੋਂਗਟੇ ਖੜੇ ਕਰ ਦੇਵੇਗੀ, ਸਾਰਾਗੜੀ ਦੀ ਜੰਗ। ਇਸ ਤੇ ਤਾਂ ਇੱਕ ਫਿਲਮ ਵੀ ਬਣ ਗਈ ਹੈ। ਉਹਨਾਂ 21 ਸਿਪਾਹੀਆਂ ਯੋਧਿਆਂ ਦੀ ਆਪਣੀ ਦੇਸ਼ ਪ੍ਰੇਮ ਦੀ ਇੱਛਾ ਹੀ ਸੀ ਕਿ ਉਹਨਾਂ ਨੇ 10,000 ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ, ਪਰ ਦੁਸ਼ਮਣ ਨੂੰ ਅੱਗੇ ਨਾ ਵਧਣ ਦਿੱਤਾ। ਹੁਣ ਇਹਨਾਂ ਉਦਾਹਰਨਾਂ ਦੀ ਗੱਲ ਅਸੀਂ ਮਜ਼ਬੂਤ ਇੱਛਾ ਨੂੰ ਸਮਝਾਉਣ ਲਈ ਕੀਤੀ ਹੈ। ਜਦੋਂ ਤੱਕ ਤੁਹਾਡੇ ਅੰਦਰ ਕਿਸੇ ਵੀ ਚੀਜ਼ ਲਈ ਤੀਬਰ ਇੱਛਾ ਨਹੀਂ ਹੁੰਦੀ, ਉਦੋਂ ਤੱਕ ਤੁਸੀਂ ਉਸ ਚੀਜ਼ ਨੂੰ ਕਦੇ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਇਸ ਤਰ੍ਹਾਂ ਦੀ ਮਜ਼ਬੂਤ ਇੱਛਾ ਪੈਦਾ ਕਰੋ ਜੋ ਤੁਹਾਨੂੰ ਤੁਹਾਡੀ ਮੰਜ਼ਿਲ, ਤੁਹਾਡੇ ਮਕਸਦ ਤੱਕ ਪਹੁੰਚਾ ਦੇਵੇ। ਅਸੀਂ ਇਸ ਮਜ਼ਬੂਤ ਇੱਛਾ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਅੱਗੇ ਦਿੱਤੇ 6 ਕਦਮਾਂ ਦਾ ਇਸਤੇਮਾਲ ਕਰਕੇ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਇਹ ਨਿਰਧਾਰਿਤ ਕਰੋ ਤੁਹਾਨੂੰ ਕਿੰਨੀ ਰਕਮ ਚਾਹੀਦੀ ਹੈ। ਇੱਕ ਸਹੀ ਰਕਮ ਨਿਸ਼ਚਿਤ ਕਰਨੀ ਹੈ। ਇਹ ਨਹੀਂ ਕਹਿਣਾ ਕਿ ਬਹੁਤ ਸਾਰਾ ਪੈਸਾ ਚਾਹੀਦਾ ਹੈ। ਇਸ ਨੂੰ ਇੱਕ ਉਦਾਹਰਣ ਦੇ ਨਾਲ ਚੰਗੀ ਤਰ੍ਹਾਂ ਸਮਝੋ। ਜਦੋਂ ਤੁਸੀਂ ਸਮੁੰਦਰ ਵਿੱਚ ਆਪਣੇ ਜਹਾਜ਼ ਰਾਹੀਂ ਕਿਸੇ ਯਾਤਰਾ ਲਈ ਜਾਵੋਗੇ ਤਾਂ ਇੱਕ ਨਿਸ਼ਚਿਤ ਜਗ੍ਹਾ ਜਾਣ ਦਾ ਪਹਿਲਾਂ ਹੀ ਫੈਸਲਾ ਕਰ ਲਵੋਗੇ। ਇਸ ਨਾਲ ਕੀ ਹੁੰਦਾ ਹੈ, ਤੁਸੀਂ ਆਪਣੀ ਨਿਸ਼ਚਿਤ ਜਗ੍ਹਾ ਵੱਲ ਆਪਣੇ ਜਹਾਜ਼ ਦੀ ਦਿਸ਼ਾ ਰੱਖੋਗੇ ਅਤੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਓਗੇ। ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਦਿਸ਼ਾਹੀਣ ਜਹਾਜ਼ ਅਤੇ ਤੁਹਾਡੇ ਦੋਨਾਂ ਦੇ ਡੁੱਬਣ ਦਾ ਖਤਰਾ ਸਭ ਤੋਂ ਜ਼ਿਆਦਾ ਹੋਵੇਗਾ। ਇਸ ਤਰ੍ਹਾਂ ਹੀ ਜੇਕਰ ਤੁਸੀਂ ਇੱਕ ਨਿਸ਼ਚਿਤ ਰਕਮ ਨਿਰਧਾਰਿਤ ਨਹੀਂ ਕਰਦੇ ਤਾਂ ਤੁਸੀਂ ਬਹੁਤ ਸਾਰੇ ਪੈਸੇ ਕਮਾਉਣ ਦੇ ਚੱਕਰ ਵਿੱਚ ਰਸਤੇ ਵਿੱਚ ਹੀ ਰੁਕ ਜਾਵੋਗੇ, ਕਿਉਂਕਿ ਜਦੋਂ ਮੰਜ਼ਿਲ ਹੀ ਨਿਰਧਾਰਿਤ ਨਹੀਂ ਕੀਤੀ ਤਾਂ ਕਿਸ ਤਰ੍ਹਾਂ ਸੋਚਦੇ ਹੋ ਕਿ ਉੱਥੇ ਤੱਕ ਪੁੱਜ ਸਕੋਗੇ। ਰਸਤਾ ਨਿਰਧਾਰਿਤ ਕਰੋ। ਕਿਸ ਕੰਮ ਵਿੱਚੋਂ, ਵਪਾਰ ਵਿੱਚੋਂ, ਖੋਜ ਵਿੱਚੋਂ, ਮਤਲਬ ਕਿਸ ਸਹੀ ਰਸਤੇ ਤੋਂ ਤੁਸੀਂ ਇੱਕ ਨਿਸ਼ਚਿਤ ਰਕਮ ਨੂੰ ਪ੍ਰਾਪਤ ਕਰਨਾ ਚਾਹੋਗੇ। ਇਹ ਨਿਰਧਾਰਿਤ ਕਰਦੇ ਸਮੇਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਕੁਰਬਾਨੀ ਵੀ ਦੇਣੀ ਪਵੇਗੀ। ਦੁਨੀਆ ਵਿੱਚ ਇਹ ਆਮ ਗੱਲ ਬਹੁਤ ਮਸ਼ਹੂਰ ਹੈ ਕਿ ਕਿਸੇ ਚੀਜ਼ ਨੂੰ ਪਾਉਣ ਲਈ ਕਿਸੇ ਚੀਜ਼ ਦੀ ਕੁਰਬਾਨੀ ਵੀ ਦੇਣੀ ਪੈਂਦੀ ਹੈ। ਹੁਣ ਤੁਸੀਂ ਕੁਰਬਾਨ ਕੀ ਕਰਨਾ ਹੈ? ਆਲਸ, ਨੀਂਦ, ਲਗਰਜੀ, ਅਨੁਸ਼ਾਸਨਹੀਣਤਾ ਅਤੇ ਤੁਹਾਡੀ ਪਰਿਸਥਿਤੀ ਦੇ ਮੁਤਾਬਿਕ ਕੁਝ ਹੋਰ ਵੀ ਹੋ ਸਕਦਾ ਹੈ। ਇੱਕ ਸਮਾਂ ਤੇ ਤਰੀਕ ਨਿਰਧਾਰਿਤ ਕਰੋ। ਤੁਹਾਡੇ ਦਿਮਾਗ ਵਿੱਚ ਇਹ ਗੱਲ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਕਿ ਇਹ ਸਭ ਤੁਹਾਨੂੰ ਇੰਨੇ ਸਮੇਂ ਵਿੱਚ, ਇੰਨੀ ਤਰੀਕ ਨੂੰ ਕਿਸੇ ਹਾਲਤ ਵਿੱਚ ਵੀ ਚਾਹੀਦਾ ਹੀ ਹੈ। ਅਨੁਸ਼ਾਸਿਤ ਰਹਿ ਕੇ ਲਗਾਤਾਰ ਲੱਗੇ ਰਹਿਣ ਨਾਲ ਤੁਸੀਂ ਇਹ ਪ੍ਰਾਪਤ ਕਰ ਲਵੋਗੇ। ਯੋਜਨਾ ਬਣਾਓ। ਤੁਸੀਂ ਰਕਮ ਨਿਰਧਾਰਿਤ ਕਰ ਲਈ ਹੈ, ਕੰਮ ਨਿਰਧਾਰਿਤ ਕਰ ਲਿਆ ਹੈ, ਸਮਾਂ ਨਿਰਧਾਰਿਤ ਕਰ ਲਿਆ ਹੈ। ਫਿਰ ਆਪਣੀ ਇਸ ਰਕਮ ਨੂੰ ਪ੍ਰਾਪਤ ਕਰਨ ਲਈ ਇੱਕ ਸਹੀ ਯੋਜਨਾ ਬਣਾ ਕੇ ਜੁਟ ਜਾਓ। ਇਹ ਵੀ ਨਹੀਂ ਸੋਚੀ ਜਾਣਾ ਕਿ ਬਿਲਕੁਲ ਸਹੀ ਯੋਜਨਾ ਬਣਾਉਣ ਤੇ ਹੀ ਸ਼ੁਰੂਆਤ ਕਰੋਗੇ, ਕਿਉਂਕਿ ਇਹ ਬਿਲਕੁਲ ਨਹੀਂ ਹੋ ਸਕਦਾ ਕਿ ਕੋਈ ਵੀ ਯੋਜਨਾ ਬਿਲਕੁਲ ਸਹੀ ਯੋਜਨਾ ਹੋਵੇ। ਉੱਪਰ ਦਿੱਤੇ 4 ਕਦਮਾਂ ਨੂੰ ਇੱਕ ਜਗ੍ਹਾ ਦੇ ਉੱਤੇ ਲਿਖ ਲਓ ਅਤੇ ਇਸ ਨੂੰ ਇਸ ਜਗ੍ਹਾ ਉੱਤੇ ਲਗਾਓ ਜਾਂ ਉਸ ਜਗ੍ਹਾ ਦੇ ਉੱਤੇ ਰੱਖੋ ਜਿਸ ਜਗ੍ਹਾ ਦੇ ਉੱਤੇ ਤੁਹਾਡੀ ਹਰ ਰੋਜ਼ ਵੱਧ ਤੋਂ ਵੱਧ ਨਜ਼ਰ ਜਾਂਦੀ ਹੈ। ਮਤਲਬ ਤੁਸੀਂ ਦਿਨ ਦੇ ਵਿੱਚ ਕਾਫੀ ਵਾਰ ਉਸ ਜਗ੍ਹਾ ਨੂੰ, ਉਸ ਸਥਾਨ ਨੂੰ ਦੇਖਦੇ ਹੋ। ਇਸ ਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪੜ੍ਹੋ ਅਤੇ ਰਾਤ ਨੂੰ ਵੀ ਸੌਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਕੇ ਸੋਵੋ। ਅਗਰ ਤੁਸੀਂ ਇਸ ਤਰ੍ਹਾਂ ਕਰ ਲੈਂਦੇ ਹੋ ਤਾਂ ਕੁਝ ਸਮੇਂ ਬਾਅਦ ਤੁਸੀਂ ਆਪਣੇ ਆਪ ਵਿੱਚ ਬਦਲਾਅ ਮਹਿਸੂਸ ਕਰੋਗੇ। ਆਪਣੇ ਵੱਲੋਂ ਨਿੱਜੀ ਤੌਰ ਤੇ ਵੀ ਇੱਕ ਗੱਲ ਨੂੰ ਇਸ ਵਿੱਚ ਸ਼ਾਮਿਲ ਕਰਨਾ ਚਾਹੂੰਗਾ ਕਿ ਕਿਸੇ ਵੀ ਆਦਤ ਨੂੰ ਸ਼ੁਰੂ ਕਰਨ ਦੇ ਲਈ ਘੱਟ ਤੋਂ ਘੱਟ 14 ਦਿਨ ਲੱਗਦੇ ਹਨ ਅਤੇ ਉਸ ਆਦਤ ਨੂੰ ਪੂਰੀ ਤਰ੍ਹਾਂ ਤੁਹਾਡੇ ਸੁਭਾਅ ਦੇ ਵਿੱਚ ਆਉਣ ਲਈ 6 ਮਹੀਨੇ ਲੱਗ ਜਾਂਦੇ ਹਨ। ਅਗਰ ਤੁਸੀਂ ਸਬਰ ਨਾਲ ਅਤੇ ਪੂਰੇ ਅਨੁਸ਼ਾਸਨ ਨਾਲ ਇਸ ਤਰ੍ਹਾਂ ਲਗਾਤਾਰ ਕਰਦੇ ਰਹੋਗੇ ਤਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਹੋ ਰਹੇ ਬਦਲਾਅ ਨੂੰ ਖੁਦ ਦੇਖ ਸਕੋਗੇ। ਮਜ਼ਬੂਤ ਇੱਛਾ ਤੋਂ ਬਾਅਦ ਗੱਲ ਆਉਂਦੀ ਹੈ ਮਨ ਦੀ ਸ਼ਕਤੀ ਦੀ। ਕੋਈ ਵੀ ਮਹਾਨ ਚੀਜ਼ ਕਰਨ ਦੇ ਲਈ, ਆਪਣੀ ਜ਼ਿੰਦਗੀ ਵਿੱਚ ਕਿਸੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ, ਦੌਲਤ ਇਕੱਠੀ ਕਰਨ ਦੇ ਲਈ ਸਾਨੂੰ ਆਪਣੇ ਮਨ ਦੀ ਸ਼ਕਤੀ, ਆਪਣੇ ਅਵਚੇਤਨ ਮਨ ਦੀ ਸ਼ਕਤੀ ਦੀ ਵਰਤੋਂ ਕਰਨੀ ਹੋਵੇਗੀ। ਸਾਡੇ ਸਾਰਿਆਂ ਦੇ ਅੰਦਰ 2 ਤਰ੍ਹਾਂ ਦੇ ਦਿਮਾਗ ਹੁੰਦੇ ਹਨ, ਚੇਤਨ ਅਤੇ ਅਵਚੇਤਨ। ਸਾਡਾ ਅਵਚੇਤਨ ਮਨ ਸਾਡੇ ਚੇਤਨ ਮਨ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਨੂੰ ਲਫ਼ਜ਼ਾਂ ਵਿੱਚ ਦੱਸਣਾ ਅਸੰਭਵ ਹੈ। ਹਾਂ, ਥੋੜਾ ਜਿਹਾ ਆਈਡੀਆ ਜ਼ਰੂਰ ਮਿਲ ਸਕਦਾ ਹੈ। ਮੰਨ ਲਓ ਕਿ ਸਾਡਾ ਚੇਤਨ ਦਿਮਾਗ ਪ੍ਰਿਥਵੀ ਜਿੰਨਾ ਹੈ ਅਤੇ ਸਾਡਾ ਚੇਤਨ ਦਿਮਾਗ ਬ੍ਰਹਿਮੰਡ ਜਿੰਨਾ ਹੈ। ਹੁਣ ਜੇ ਤੁਸੀਂ ਪੂਰੇ ਬ੍ਰਹਿਮੰਡ ਦੀ ਤੁਲਨਾ ਪ੍ਰਿਥਵੀ ਨਾਲ ਕਰੋਗੇ ਤਾਂ ਪ੍ਰਿਥਵੀ ਬ੍ਰਹਿਮੰਡ ਦੀ ਤੁਲਨਾ ਵਿੱਚ ਇੱਕ ਬਿੰਦੂ ਤੋਂ ਵੀ ਕਰੋੜਾਂ ਗੁਣਾ ਛੋਟੀ ਹੋਵੇਗੀ। ਇਸੇ ਤਰ੍ਹਾਂ ਸਾਡਾ ਚੇਤਨ ਮਨ ਅਵਚੇਤਨ ਮਨ ਦੀ ਤੁਲਨਾ ਵਿੱਚ ਕਰੋੜਾਂ ਗੁਣਾ ਛੋਟਾ ਹੈ।
ਸਾਡੇ ਸਫਲ ਹੋਣ ਵਿੱਚ ਸਾਡੇ ਅਵਚੇਤਨ ਮਨ ਦਾ ਬਹੁਤ ਵੱਡਾ ਰੋਲ ਹੈ। ਸਾਡੇ ਨਾਲ ਕਦੇ ਇਹ ਵੀ ਹੋਇਆ ਹੋਵੇਗਾ ਕਿ ਅਸੀਂ ਕੁਝ ਸਹੀ ਕਰਨ ਦਾ ਸੋਚਿਆ, ਯੋਜਨਾ ਬਣਾਈ, ਪਰ ਕੁਝ ਸਮੇਂ ਵਿੱਚ ਹੀ ਉਸ ਯੋਜਨਾ ਉੱਤੇ ਪਾਣੀ ਫਿਰ ਜਾਂਦਾ ਹੈ। ਅਸੀਂ ਉਹ ਕਰ ਹੀ ਨਹੀਂ ਪਾਉਂਦੇ ਜਿਸ ਦੇ ਲਈ ਅਸੀਂ ਸੋਚਿਆ ਸੀ ਜਾਂ ਯੋਜਨਾ ਬਣਾਈ ਸੀ। ਇਹ ਇਸ ਲਈ ਹੁੰਦਾ ਹੈ ਕਿਉਂਕਿ ਸਾਡੇ ਅਵਚੇਤਨ ਮਨ ਵਿੱਚ ਬਚਪਨ ਤੋਂ ਹੁਣ ਤੱਕ ਸਟੋਰ ਕੀਤੇ ਹੋਏ ਵਿਚਾਰਾਂ ਜਾਂ ਸਾਡੇ ਆਲੇ ਦੁਆਲੇ ਤੋਂ ਲਗਾਤਾਰ ਨਕਾਰਾਤਮਕ ਵਿਚਾਰਾਂ ਦੀ ਬੰਬਾਰੀ ਹੁੰਦੀ ਰਹਿੰਦੀ ਹੈ। ਇਹ ਬੰਬਾਰੀ ਸਾਡੀ ਯੋਜਨਾ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ। ਇਹਨਾਂ ਯੋਜਨਾਵਾਂ ਨੂੰ ਸਫਲ ਬਣਾਉਣ ਲਈ ਸਾਨੂੰ ਆਪਣੇ ਅਵਚੇਤਨ ਮਨ ਦੀ ਸ਼ਕਤੀ ਨੂੰ ਸਮਝਣਾ ਪਵੇਗਾ ਅਤੇ ਉਸ ਨੂੰ ਸਫਲਤਾ ਦੇ ਰਸਤੇ ਤੇ ਚੱਲਣ ਲਈ ਇੱਕ ਮਾਰਗ ਪ੍ਰਦਾਨ ਕਰਨਾ ਪਵੇਗਾ। ਅਵਚੇਤਨ ਮਨ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੈ, ਪਰ ਅਸੰਭਵ ਨਹੀਂ। ਵੈਸੇ ਵੀ ਕਹਿੰਦੇ ਹਨ ਕਿ ਮੁਸ਼ਕਲ ਸਫ਼ਰ ਖੂਬਸੂਰਤ ਮੰਜ਼ਿਲਾਂ ਤੱਕ ਹੀ ਪਹੁੰਚਾਉਂਦੇ ਹਨ। ਆਪਣੇ ਆਪ ਤੇ ਕੰਟਰੋਲ ਕਰਨ ਵਾਲਾ, ਕਾਬੂ ਕਰਨ ਵਾਲਾ ਸਫ਼ਰ ਬਹੁਤ ਮੁਸ਼ਕਲ ਤਾਂ ਹੈ, ਪਰ ਜੇ ਅਸੀਂ ਇਹ ਕਰ ਲਿਆ ਤਾਂ ਸਾਡੀ ਮੰਜ਼ਿਲ ਵੀ ਉਨੀ ਹੀ ਖੂਬਸੂਰਤ ਹੋਵੇਗੀ। ਅਵਚੇਤਨ ਮਨ ਤੇ ਆਮ ਤੌਰ ਤੇ ਸਾਡੇ ਆਲੇ ਦੁਆਲੇ ਦੇ ਮਾਹੌਲ ਦਾ ਬਹੁਤ ਫਰਕ ਪੈਂਦਾ ਹੈ, ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸਾਡੇ ਆਲੇ ਦੁਆਲੇ ਦੇ ਮਾਹੌਲ ਦਾ ਨਿਚੋੜ ਹੀ ਸਾਡਾ ਸੁਭਾਅ ਹੈ। ਇਸ ਲਈ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਦੇ ਮਾਹੌਲ ਵਿੱਚ ਪੋਜ਼ਿਟਿਵਿਟੀ ਰੱਖੋ। ਮਨ ਦੀ ਸ਼ਕਤੀ ਤੋਂ ਬਾਅਦ ਗੱਲ ਕਰਦੇ ਹਾਂ ਕਲਪਨਾ ਦੀ। ਇਨਸਾਨ ਉਹ ਸਭ ਕੁਝ ਪ੍ਰਾਪਤ ਕਰ ਸਕਦਾ ਹੈ ਜਿਸ ਦੀ ਉਹ ਕਲਪਨਾ ਕਰ ਸਕਦਾ ਹੈ। ਆਦ ਮਾਨਵ ਤੋਂ ਹੁਣ ਤੱਕ ਦੇ ਸਫ਼ਰ ਤੱਕ ਸਾਡਾ ਸਭ ਤੋਂ ਜ਼ਿਆਦਾ ਵਿਕਾਸ ਸਾਡੀ ਕਲਪਨਾ ਦੁਆਰਾ ਹੀ ਹੋਇਆ ਹੈ। ਰਾਈਟਸ ਭਰਾਵਾਂ ਦੀ ਕਲਪਨਾ ਦੇ ਸਦਕਾ ਅਸੀਂ ਹਵਾਈ ਜਹਾਜ਼ਾਂ ਦੀ ਮਦਦ ਨਾਲ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਦਾ ਸਫ਼ਰ ਚੰਦ ਘੰਟਿਆਂ, ਚੰਦ ਦਿਨਾਂ ਵਿੱਚ ਹੀ ਕਰ ਲੈਂਦੇ ਹਾਂ, ਜੋ ਕਿ ਅਸੀਂ ਪਹਿਲਾਂ ਕਈ ਸਾਲਾਂ ਵਿੱਚ ਪੈਦਲ ਚੱਲ ਕੇ ਜਾਂ ਘੋੜਿਆਂ ਦੁਆਰਾ ਕਰ ਸਕਦੇ ਸੀ। ਹੈਨਰੀ ਫੋਰਡ ਦੀ ਕਲਪਨਾ ਦੇ ਸਦਕਾ ਹੀ ਸਾਨੂੰ ਇੱਕ ਸਿੰਗਲ ਮੋਟਰ ਵਿੱਚ 8 ਸਿਲੰਡਰ ਚੱਲਣ ਵਾਲਾ ਇੰਜਨ ਪ੍ਰਾਪਤ ਹੋ ਸਕਿਆ, ਜੋ ਕਿ ਹੈਨਰੀ ਫੋਰਡ ਦੀ ਟੀਮ ਨੂੰ ਹਮੇਸ਼ਾ ਹੀ ਅਸੰਭਵ ਲੱਗਦਾ ਸੀ ਅਤੇ ਕਈ ਵਾਰ ਇਸ ਨੂੰ ਬਣਾਉਣ ਦੇ ਵਿੱਚ ਫੇਲ ਵੀ ਹੋਈ, ਪਰ ਅੰਤ ਵਿੱਚ ਸਫਲਤਾ ਹੀ ਪ੍ਰਾਪਤ ਹੋਈ। ਇਸ ਤਰ੍ਹਾਂ ਹੀ ਅੱਜ ਤੋਂ 100 ਸਾਲ ਪਹਿਲਾਂ ਸਮਾਰਟਫੋਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਅੱਜ ਸਾਡੇ ਸਮਾਰਟਫੋਨ ਤੇ ਹੀ ਸਾਡੇ ਅੱਧੇ ਤੋਂ ਵੱਧ ਕਾਰੋਬਾਰ ਦੀ ਵਿਵਸਥਾ ਮੌਜੂਦ ਹੈ। ਇੱਥੇ ਤੱਕ ਪੁੱਜਣਾ ਵੀ ਸਾਡੀ ਕਲਪਨਾ ਦਾ ਹੀ ਨਤੀਜਾ ਹੈ। ਰਚਨਾਤਮਕ ਕਲਪਨਾ ਤੋਂ ਦੁਨੀਆ ਦੇ ਬਹੁਤ ਸਾਰੇ ਲੋਕ ਜ਼ਮੀਨ ਤੋਂ ਅਸਮਾਨ ਤੱਕ ਪੁੱਜੇ ਹਨ। ਮਤਲਬ ਪਹਿਲਾਂ ਉਹਨਾਂ ਕੋਲ ਕੁਝ ਵੀ ਨਹੀਂ ਸੀ ਅਤੇ ਫਿਰ ਅਰਬਾਂ ਖਰਬਾਂ ਡਾਲਰਾਂ ਦੀ ਸੰਪਤੀ ਦੇ ਮਾਲਕ ਬਣੇ। ਅਗਰ ਸਾਡੇ ਕੋਲ ਰਚਨਾਤਮਕ ਕਲਪਨਾ ਵੀ ਨਹੀਂ ਹੈ, ਫਿਰ ਵੀ ਅਸੀਂ ਦੂਜਿਆਂ ਦੀਆਂ ਕਲਪਨਾਵਾਂ ਨੂੰ ਸੋਧ ਕੇ ਵੀ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਵੀ ਹੈ। ਅਗਲਾ ਮਹੱਤਵਪੂਰਨ ਵਿਸ਼ਾ ਹੈ ਆਪਣੇ ਖੇਤਰ ਦਾ ਗਿਆਨ। ਸੋਚੋ, ਤੁਸੀਂ ਕਿਸ ਖੇਤਰ ਵਿੱਚ, ਕਿਸ ਵਿਸ਼ੇ ਵਿੱਚ ਸਭ ਤੋਂ ਜ਼ਿਆਦਾ ਮਾਹਿਰ ਹੋ। ਕਿਸੇ ਖੇਤਰ ਜਾਂ ਕਿਸੇ ਵਿਸ਼ੇ ਵਿੱਚ ਮੁਹਾਰਤ ਤੁਹਾਡੀ ਸਫਲਤਾ, ਤੁਹਾਡੇ ਦੌਲਤਮੰਦ ਹੋਣ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਦੇ ਸਮੇਂ ਦੀ ਉਦਾਹਰਨ ਦੀ ਗੱਲ ਕਰੀਏ ਤਾਂ ਉਸੈਨ ਬੋਲਟ ਦੌੜਨ ਵਿੱਚ ਸਭ ਤੋਂ ਮਾਹਿਰ ਐਥਲੀਟ ਹੈ। ਉਹ ਸਾਰੀ ਦੁਨੀਆ ਦੇ ਵਿੱਚੋਂ ਇਸ ਖੇਤਰ ਵਿੱਚ ਸਭ ਤੋਂ ਜ਼ਿਆਦਾ ਮੁਹਾਰਤ ਹਾਸਲ ਕਰਨ ਵਾਲਾ ਵਿਅਕਤੀ ਹੈ। ਅਸੀਂ ਕੀ ਕਰਦੇ ਹਾਂ? ਆਪਣੇ ਦਿਮਾਗ ਨੂੰ ਫालतू ਗਿਆਨ ਨਾਲ ਭਰਦੇ ਰਹਿੰਦੇ ਹਾਂ। ਇਹ ਕੋਸ਼ਿਸ਼ ਹੀ ਨਹੀਂ ਕਰਦੇ ਕਿ ਕਿਸੇ ਇੱਕ ਖੇਤਰ, ਇੱਕ ਵਿਸ਼ੇ ਵਿੱਚ ਮੁਹਾਰਤ ਹਾਸਲ ਕੀਤੀ ਜਾਵੇ। ਦੁਨੀਆ ਵਿੱਚ ਇਹੋ ਜਿਹੀਆਂ ਬਹੁਤ ਸ਼ਖਸੀਅਤਾਂ ਹਨ ਜਿਨ੍ਹਾਂ ਦੀ ਇੱਕ ਕੰਮ ਦੀ ਮੁਹਾਰਤ ਉਹਨਾਂ ਨੂੰ ਮਹਾਨ ਬਣਾਉਂਦੀ ਹੈ। ਇੱਕ ਵਾਰ ਹੈਨਰੀ ਫੋਰਡ ਤੇ ਇੱਕ ਅਖਬਾਰ ਨੇ ਬੇਤੁਕੇ ਇਲਜ਼ਾਮ ਲਗਾ ਕੇ ਇੱਕ ਲੇਖ ਨੂੰ ਛਾਪ ਦਿੱਤਾ। ਇਸ ਤੇ ਹੈਨਰੀ ਫੋਰਡ ਨੇ ਉਸ ਅਖਬਾਰ ਉੱਤੇ ਮੁਕੱਦਮਾ ਕਰ ਦਿੱਤਾ। ਜਦੋਂ ਅਦਾਲਤ ਵਿੱਚ ਵਕੀਲ ਕਾਫੀ ਸਮਾਂ ਹੈਨਰੀ ਫੋਰਡ ਨੂੰ ਫालतू ਸਵਾਲ ਪੁੱਛਦਾ ਰਿਹਾ ਤਾਂ ਕਾਫੀ ਸਮਾਂ ਸੁਣਨ ਮਗਰੋਂ ਹੈਨਰੀ ਫੋਰਡ ਨੇ ਕਿਹਾ, ਮੈਂ ਆਪਣੇ ਦਫ਼ਤਰ ਦੀ ਕੁਰਸੀ ਤੇ ਬੈਠ ਕੇ ਆਪਣੇ ਥੱਲੇ ਕੰਮ ਕਰਦੇ ਕਿਸੇ ਵੀ ਕਰਮਚਾਰੀ ਤੋਂ 1 ਮਿੰਟ ਵਿੱਚ ਇਹਨਾਂ ਸਭ ਫालतू ਸਵਾਲਾਂ ਦਾ ਜਵਾਬ ਜਾਣ ਸਕਦਾ ਹਾਂ। ਫਿਰ ਮੈਂ ਕਿਉਂ ਇਸ ਸਭ ਤੇ ਆਪਣਾ ਸਮਾਂ ਖਰਾਬ ਕਰਾਂ ਜੋ ਅਸਲੀਅਤ ਵਿੱਚ ਮੇਰੇ ਕੰਮ ਹੀ ਨਹੀਂ ਆਉਣ ਵਾਲਾ। ਇਸ ਜਵਾਬ ਤੋਂ ਬਾਅਦ ਸਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਹੈਨਰੀ ਫੋਰਡ ਇੱਕ ਸਹੀ ਦ੍ਰਿਸ਼ਟੀਕੋਣ ਰੱਖਣ ਵਾਲਾ ਅਤੇ ਆਪਣੇ ਕੰਮ ਦੀ ਮੁਹਾਰਤ ਹਾਸਲ ਕਰਨ ਵਾਲਾ ਵਿਅਕਤੀ ਹੈ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਨੂੰ ਜਿਸ ਕੰਮ ਦਾ ਸਭ ਤੋਂ ਵੱਧ ਸ਼ੌਂਕ ਹੋਵੇ ਉਸ ਵਿੱਚ ਮਹਾਰਤ ਹਾਸਲ ਕਰਨੀ ਚਾਹੀਦੀ ਹੈ। ਬਾਕੀ ਸਭ ਚੀਜ਼ਾਂ ਤਾਂ ਅਸੀਂ ਗੂਗਲ ਕਰਕੇ ਵੀ ਦੇਖ ਸਕਦੇ ਹਾਂ। ਆਖਰੀ ਵਿਸ਼ਾ ਹੈ ਦ੍ਰਿੜਤਾ। ਦ੍ਰਿੜ ਸੰਕਲਪ, ਦ੍ਰਿੜ ਇਰਾਦੇ ਕਿਸੇ ਵੀ ਮਕਸਦ ਦੀ ਜਾਨ ਹੁੰਦੇ ਹਨ। ਇੱਕ ਵਾਰ ਦੀ ਗੱਲ ਹੈ, ਇੱਕ ਲੜਕੇ ਨੂੰ ਜਿਸ ਨੂੰ ਸੁਣਨ ਦੇ ਵਿੱਚ ਮੁਸ਼ਕਲ ਆਉਂਦੀ ਸੀ ਅਤੇ ਪੜ੍ਹਨ ਦੇ ਵਿੱਚ ਵੀ ਥੋੜਾ ਕਮਜ਼ੋਰ ਸੀ, ਸਕੂਲ ਵਾਲਿਆਂ ਨੇ ਉਸ ਨੂੰ ਸਕੂਲ ਤੋਂ ਬਾਹਰ ਕੱਢਦੇ ਹੋਏ ਉਸਦੇ ਮਾਤਾ-ਪਿਤਾ ਨੂੰ ਇੱਕ ਖੱਤ ਭੇਜਿਆ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਹਾਡਾ ਬੱਚਾ ਮੂਰਖ ਹੈ ਅਤੇ ਇਹ ਜ਼ਿੰਦਗੀ ਵਿੱਚ ਕਦੇ ਨਹੀਂ ਕੁਝ ਬਣ ਸਕਦਾ। ਉਸਦੀ ਮਾਂ ਨੇ ਉਸ ਪੱਤਰ ਦੇ ਜਵਾਬ ਵਿੱਚ ਲਿਖਿਆ ਕਿ ਉਸਦਾ ਪੁੱਤਰ ਮੂਰਖ ਨਹੀਂ ਹੈ, ਉਹ ਉਸ ਨੂੰ ਖੁਦ ਪੜ੍ਹਾਏਗੀ ਅਤੇ ਸਿਖਾਏਗੀ। ਇਸ ਘਟਨਾ ਦਾ ਮਾਂ ਅਤੇ ਬੱਚੇ ਤੇ ਇੰਨਾ ਅਸਰ ਪਿਆ ਕਿ ਮਾਂ ਦ੍ਰਿੜ ਸੰਕਲਪ ਨਾਲ ਉਸ ਨੂੰ ਸਿਖਾਉਣ ਵਿੱਚ ਲੱਗੀ ਰਹੀ ਅਤੇ ਬੱਚਾ ਉਸੇ ਦ੍ਰਿੜ ਸੰਕਲਪ ਨਾਲ ਸਿੱਖਣ ਵਿੱਚ। ਇਸ ਦ੍ਰਿੜਤਾ ਦੇ ਕਾਰਨ ਹੀ ਬੱਚਾ ਇੱਕ ਦਿਨ ਬੱਲਬ ਦੀ ਖੋਜ ਕਰ ਸਕਿਆ ਜਿਸ ਨੂੰ ਬਣਾਉਣ ਲਈ ਉਹ ਲਗਭਗ 10,000 ਵਾਰ ਅਸਫਲ ਵੀ ਹੋਇਆ ਅਤੇ ਉਸ ਬੱਚੇ ਨੇ ਆਪਣੀ ਸਦੀ ਦੇ ਮਹਾਨ ਵਿਗਿਆਨੀਆਂ ਵਿੱਚ ਆਪਣਾ ਨਾਮ ਥਾਮਸ ਐਡੀਸਨ ਦੇ ਰੂਪ ਦੇ ਵਿੱਚ ਦਰਜ ਕਰਵਾਇਆ।
ਜੋ ਮੈਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਵਿਸ਼ੇ ਲੱਗੇ, ਮੈਂ ਉਹਨਾਂ ਨੂੰ ਹੀ ਇਸ ਵੀਡੀਓ ਵਿੱਚ ਦੱਸਿਆ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇਸ ਕਿਤਾਬ ਦਾ ਇੱਕ ਪੰਨਾ, ਇੱਕ ਅੱਖਰ ਤੁਹਾਨੂੰ ਸਫਲਤਾ ਲਈ ਪ੍ਰੇਰਿਤ ਕਰਦਾ ਹੈ। ਤੁਸੀਂ ਇਸ ਪੂਰੀ ਵੀਡੀਓ ਨੂੰ ਸੁਣ ਕੇ ਜੇ ਇਹ ਮਹਿਸੂਸ ਕੀਤਾ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਦੁਨੀਆ ਦੇ ਮਿਹਨਤੀ, ਰਚਨਾਤਮਕ ਅਤੇ ਸਫਲ ਵਿਅਕਤੀਆਂ ਕੋਲੋਂ ਜੋ ਵੀ ਮੈਂ ਪੜ੍ਹ ਕੇ ਸਮਝ ਕੇ ਸਿੱਖਿਆ ਹੈ, ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਤਾਂ ਜੋ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਸਕੋ।